ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਚਪਨ ਵਿੱਚ ਊੜਾ ਐੜਾ, ABC, ਜਮਾ ਕਟਾ, ਪਹਾੜੇ ਸਿੱਖੇ। ਸਾਨੂੰ ਉਸ ਸਮੇਂ ਨਹੀਂ ਪਤਾ ਸੀ ਕਿ ਅਸੀਂ ਕਿਉਂ ਸਿੱਖ ਰਹੇ ਹਾਂ। ਪਰਿਵਾਰ ਦੇ ਵੱਡਿਆਂ ਨੇ ਪੜ੍ਹਨੇ ਪਾ ਦਿੱਤਾ, ਅਸੀਂ ਪੜ੍ਹਨ ਲੱਗ ਪਏ। ਇੱਕ ਸਮਾਂ ਆਇਆ ਜਦੋਂ ਮਾਂ ਨੇ 20 ਰੁਪਏ ਦੇ ਕੇ ਬਾਜ਼ਾਰ ਸਮਾਨ ਖਰੀਦਣ ਲਈ ਭੇਜਿਆ। 15 ਰੁਪਏ ਦਾ ਸਮਾਨ ਸੀ ਤੇ ਮਾਂ ਦੇ ਹੱਥ ਵਿੱਚ 4 ਰੁਪਏ ਵਾਪਿਸ ਦਿੱਤੇ ਤਾਂ ਇੱਕ ਥੱਪੜ ਲਗਾਉਂਦਿਆਂ ਮਾਂ ਨੇ ਕਿਹਾ ਕਿ ਕੀ ਪੜ੍ਹਾਈ ਕੀਤੀ ਹੈ, 20 ਚੋਂ 15 ਗਏ, ਕਿੰਨੇ ਬਚਦੇ ਹਨ। ਉਸ ਸਮੇਂ ਸਮਝ ਆਇਆ ਕਿ ਓਹੋ, ਉਸ ਪੜ੍ਹਾਈ ਕਰਨ ਦਾ ਇਹ ਮਤਲਬ ਸੀ। ਬਚਪਨ ਦਾ ਊੜਾ ਐੜਾ ਜਾਂ ਜਮਾ ਕਟਾ ਸਿੱਖਣਾ ਜ਼ਿੰਦਗੀ ਦੇ ਅੰਤ ਤੱਕ ਹਰ ਰੋਜ਼ ਦੇ ਵਿਵਹਾਰ ਵਿੱਚ ਕੰਮ ਆਉਂਦਾ ਰਿਹਾ। ਸਮਝਦਾਰ ਮਾਂ-ਬਾਪ ਬਚਪਨ ਤੋਂ ਹੀ ਬੱਚਿਆਂ ਨੂੰ ਗੁਰਦੁਆਰੇ ਲੈ ਜਾਣਾ, ਸੇਵਾ ਕਰਨੀ ਤੇ ਬਾਣੀ ਪੜ੍ਹਨ ਵਿੱਚ, ਕੰਠ ਕਰਨ ਵਿੱਚ ਲਗਾ ਦਿੰਦੇ ਹਨ। ਚਾਚਾ ਜੀ ਨੂੰ ਵੀ ਬਚਪਨ ਵਿੱਚ ਇਸ ਤਰ੍ਹਾਂ ਦਾ ਮਾਹੌਲ ਮਿਲਿਆ ਤੇ ਉਹਨਾਂ ਦੀ ਛੋਟੀ ਉਮਰ ਵਿੱਚ ਹੀ ਨਾਮ ਬਾਣੀ ਦੀ ਪੂੰਜੀ ਜਮ੍ਹਾਂ ਹੋਣ ਲੱਗੀ। ਚਾਚਾ ਜੀ ਦੇ ਦੱਸਣ ਅਨੁਸਾਰ ਅਸਲੀ ਟਰਨਿੰਗ ਪੁਆਇੰਟ ਉਹਨਾਂ ਦਾ ਬਬਲੀ ਵਾਲੀ ਗਾਥਾ ਤੋਂ ਹੋਇਆ, ਜੋ ਆਪ ਜੀ ਹੁਕਮੇ ਅੰਦਰ ਸਭ ਕੋ ਸਿਰਲੇਖ ਹੇਠ ਸੁਣ ਚੁੱਕੇ ਹੋ। ਇਸ ਘਟਨਾ ਤੋਂ ਬਾਅਦ ਉਹਨਾਂ ਨੇ ਬਾਣੀ ਸਮਝ ਕੇ, ਵਿਚਾਰ ਕੇ ਪੜ੍ਹਨੀ ਸ਼ੁਰੂ ਕਰ ਦਿੱਤੀ ਤੇ ਜੀਵਨ ਵਿੱਚ ਕਮਾਉਣੀ ਵੀ ਸ਼ੁਰੂ ਕਰ ਦਿੱਤੀ। ਸੁਖਮਨੀ ਸਾਹਿਬ ਜੀ ਦੇ ਪਾਠ ਦੀ ਪਹਿਲੀ ਅਸ਼ਪਦੀ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਸਿਮਰਨ ਦੀ ਮਹਿਮਾ ਵਿਸਤਾਰ ਨਾਲ ਸਮਝਾਉਂਦੇ ਹਨ। ਸਿਮਰੋ ਸਿਮਰ ਸਿਮਰ ਸੁਖ ਪਾਓ, ਕਲ ਕਲੇਸ਼ ਤਨ ਮਾਹੀ ਮਿਟਾਓ। ਸਿਰਫ ਮਨ ਦੇ ਹੀ ਨਹੀਂ, ਤਨ ਦੇ ਰੋਗ ਵੀ ਸਿਮਰਨ ਨਾਲ ਮਿਟਦੇ ਹਨ। ਜਾਂ ਗੁਰੂ ਸਾਹਿਬ ਜੀ ਫਰਮਾਉਂਦੇ ਹਨ, ਪ੍ਰਭ ਕੈ ਸਿਮਰਨ ਗਰਭ ਨਾ ਵਸੈ। ਸਿਮਰਨ ਨਾਲ ਜਨਮ ਮਰਨ ਦੇ ਚੱਕਰ ਤੋਂ ਛੁਟਕਾਰਾ। ਸਿਮਰਨ ਨਾਲ ਰਿੱਧੀਆਂ ਸਿੱਧੀਆਂ ਨਿਧੀਆਂ ਦੀ ਪ੍ਰਾਪਤੀ, ਡਰ ਭਉ ਖਤਮ, ਵਿਘਨਾਂ ਤੋਂ ਦੂਰ, ਦੁੱਖ ਸੰਤਾਪ ਤੋਂ ਛੁਟਕਾਰਾ ਮਿਲਦਾ ਹੈ। ਸਿਮਰਨ ਦੀ ਸ਼ਕਤੀ ਨੂੰ ਅਨੁਭਵ ਕਰਨ ਲਈ ਚਾਚਾ ਜੀ ਨੇ ਆਪਣੇ ਜੀਵਨ ਦੇ ਸ਼ੁਰੂ ਦੀਆਂ 2 ਘਟਨਾਵਾਂ ਸਾਂਝੀਆਂ ਕੀਤੀਆਂ। ਜਦੋਂ ਉਹ ਫੌਜ ਵਿੱਚ ਕੈਪਟਨ ਸਨ ਤਾਂ ਇੱਕ ਦਿਨ ਇੱਕ ਕਰਨਲ ਨੂੰ ਮਿਲਣ ਉਹਨਾਂ ਦੇ ਘਰ ਗਏ। ਕਰਨਲ ਸਾਹਿਬ ਲਾਅਨ ਵਿੱਚ ਕੁਰਸੀ 'ਤੇ ਬੈਠੇ ਧੁੱਪ ਦੀ ਨਿੱਘ ਮਾਣ ਰਹੇ ਸਨ। ਉਹਨਾਂ ਦੇ ਪੈਰ 'ਤੇ ਇੱਕ ਜ਼ਖਮ ਸੀ। ਕਰਨਲ ਸਾਹਿਬ ਨੇ ਦੱਸਿਆ ਕਿ ਇਸ ਜ਼ਖਮ ਨੂੰ 6 ਮਹੀਨੇ ਤੋਂ ਜ਼ਿਆਦਾ ਹੋ ਚੱਲੇ ਹਨ। ਉਹਨਾਂ ਨੇ ਕਾਫੀ ਡਾਕਟਰਾਂ ਨੂੰ ਦਿਖਾਇਆ, ਉਹਨਾਂ ਕੋਲ ਇਲਾਜ ਕਰਵਾਇਆ, ਪਰ ਆਰਾਮ ਨਹੀਂ ਆ ਰਿਹਾ। ਚਾਚਾ ਜੀ ਨੇ ਮਨ ਕਰਕੇ ਅਰਦਾਸ ਉਸ ਕਰਨਲ ਦੇ ਪੈਰ ਠੀਕ ਹੋਣ ਲਈ ਕਰ ਦਿੱਤੀ। ਅਗਲੇ ਦਿਨ ਕਰਨਲ ਸਾਹਿਬ ਨੇ ਆਪਣਾ ਜ਼ਖਮ ਠੀਕ ਹੋ ਜਾਣ ਦੀ ਗੱਲ ਇਹਨਾਂ ਨੂੰ ਦੱਸੀ ਤਾਂ ਚਾਚਾ ਜੀ ਨੂੰ ਸਿਮਰਨ 'ਤੇ ਭਰੋਸਾ ਹੋ ਗਿਆ। ਚਾਚਾ ਜੀ ਦੱਸਦੇ ਹਨ, ਕੁਝ ਦਿਨ ਬਾਅਦ ਫਿਰ ਮਨ ਵਿੱਚ ਵਿਚਾਰ ਆ ਗਿਆ ਕਿ ਸ਼ਾਇਦ ਕਰਨਲ ਸਾਹਿਬ ਦੇ ਪੈਰ ਦਾ ਠੀਕ ਹੋਣਾ ਮਾਤਰ ਸੰਜੋਗ ਹੀ ਹੋਵੇ। ਜਿਸ ਦਿਨ ਸਵੇਰੇ ਸਿਮਰਨ ਕਰਦਿਆਂ ਇਹ ਸੋਚ ਫੁਰੀ, ਉਸ ਦਿਨ ਹੀ ਇੱਕ ਨੇਪਾਲੀ ਦਾ ਫੌਜੀ ਇਹਨਾਂ ਕੋਲ ਆਇਆ ਤੇ ਘਰ ਜਾਣ ਦੀ ਛੁੱਟੀ ਲਈ ਦਰਖਾਸਤ ਦੇ ਕੇ ਕਹਿਣ ਲੱਗਾ कि साहब, नेपाल के मेरे इलाके में औरतें दूसरी शादी कर लेती हैं अगर आदमी बहुत समय घर ना जाए। स्टाफ ਦੀ ਸ਼ੋਰਟੇਜ ਹੋਣ ਕਾਰਨ ਉਸ ਸਮੇਂ ਉਸ ਨੂੰ ਛੁੱਟੀ ਭੇਜਣਾ ਮੁਸ਼ਕਿਲ ਸੀ। ਪਰ ਚਾਚਾ ਜੀ ਨੇ ਮਨ ਵਿੱਚ ਫਿਰ ਸਿਮਰਨ ਦੀ ਅਰਦਾਸ ਉਸ ਨੇਪਾਲੀ ਫੌਜੀ ਦੇ ਨਿਮਿਤ ਕਰ ਦਿੱਤੀ। ਚਾਚਾ ਜੀ ਦੇ ਦੱਸਣ ਅਨੁਸਾਰ ਉਹ ਫੌਜੀ ਹਫ਼ਤਾ 10 ਕੁ ਦਿਨ ਬਾਅਦ ਦੌੜਦਾ ਹੋਇਆ ਚਾਚਾ जी के दफ्तर आया तो कहने लगा, साहब मेरी बीवी की चिट्ठी आई है। मैं बहुत हैरान हूँ। उसने लिखा है कि मैं तुम्हारे बिना किसी और के बारे में सोच भी नहीं सकती। चाचा जी ने मन विच गुरु साहिब जी का शुकराना किया। उस दिन तो बाद चाचा जी ने गुरबाणी के अखर अखर नूं अपने जीवन विच कमाया ते गुरसिखां नूं यही प्रेरणा करते रहे। बिन सिमरन दिन रैन बिरथा बिहाए, मेघ बिना ज्यों खेती जाए। सिमरन ते गुरबाणी तो इलावा होर दुनियावी गल्लां तो बिल्कुल संकोच करते। असी दुनियावी धन इकट्ठा करके बैंक विच पाने हाँ
ਤਾਂ ਕੁਝ % ਵਿਆਜ ਮਿਲਦਾ ਹੈ। ਸਿਮਰਨ ਵੀ ਨਾਮ ਵੀ ਧਨ ਹੈ। ਸਿਮਰਨ ਦੀ ਕਮਾਈ ਕਈ ਗੁਣਾ ਹੋ ਕੇ ਫਲਦੀ ਹੈ। ਨਾਮ ਅਭਿਆਸੀ ਸਤਿਪੁਰਖ ਸਿਮਰਨ ਦੀ ਅਟੁੱਟ ਕਮਾਈ ਕਰਦੇ ਹਨ। ਉਹਨਾਂ ਦਾ ਜੀਵਨ ਸਹਿਜ ਤੇ ਆਨੰਦ ਵਿੱਚ ਬੀਤਦਾ ਹੈ। ਐਸੇ ਸਤਿਪੁਰਖਾਂ ਕੋਲੋਂ ਕਈ ਦੁਨਿਆਵੀ ਲੋਕ ਆਪਣੀਆਂ ਖੁਆਇਸ਼ਾਂ ਦੱਸਦੇ ਹਨ ਤੇ ਉਹ ਦਇਆ ਦੇ ਘਰ ਵਿੱਚ ਆ ਕੇ ਆਪਣੀ ਅਟੁੱਟ ਕਮਾਈ ਚੋਂ ਉਹਨਾਂ ਦੇ ਕਾਜ ਸਵਾਰ ਦਿੰਦੇ ਹਨ। ਪਰ ਨਾਮ ਬਾਣੀ ਨਾਲ ਜੁੜਨ ਦੀ ਪ੍ਰੇਰਨਾ ਕਰਦੇ ਹਨ ਕਿ ਅਸੀਂ ਖੁਦ ਹੀ ਨਾਮ ਬਾਣੀ ਦੀ ਕਮਾਈ ਕਰੀਏ, ਗੁਰੂ ਨਾਲ ਜੁੜੀਏ ਤਾਂ ਸਮਰੱਥ ਗੁਰੂ ਦੀ ਬਖਸ਼ਿਸ਼ ਸਦਕਾ ਕਿਸੇ ਹੋਰ ਕੋਲ ਮੰਗਣ ਦੀ ਜ਼ਰੂਰਤ ਹੀ ਨਾ ਰਹੇ। ਬਾਣੀ ਤੇ ਸਿਮਰਨ ਜੀਵਨ ਹੋ ਜਾਏ। ਜਿਵੇਂ ਗੁਰੂ ਪੰਚਮ ਪਾਤਸ਼ਾਹ ਜੀ ਫਰਮਾਉਂਦੇ ਹਨ, ਜੀਵਨ ਰੂਪ ਸਿਮਰਨ ਪ੍ਰਭ ਤੇਰਾ। ਜਿਵੇਂ ਬਚਪਨ ਵਿੱਚ ABC ਜਮਾ ਘਟਾ ਊੜਾ ਐੜਾ ਪੜ੍ਹਿਆ, ਪੂਰੇ ਜੀਵਨ ਵਿੱਚ ਆਪਣੇ ਰੋਜ਼ਮਰਾ ਦੇ ਵਿਵਹਾਰ ਵਿੱਚ ਵਰਤਦੇ ਹਾਂ, ਇਸੇ ਤਰ੍ਹਾਂ ਗੁਰਬਾਣੀ ਵੀ ਪੜ੍ਹ ਸੁਣ ਕੇ ਸਮਝ ਕੇ ਆਪਣੇ ਵਿਵਹਾਰ ਵਿੱਚ ਲਿਆਉਣੀ ਹੈ। ਗੁਰ ਕਹਿਆ ਸਾਕਾਰ ਕਮਾਓ। ਬਾਣੀ ਸੇਵਾ ਸਿਮਰਨ ਨਾਲ ਜੁੜੇ ਗੁਰਸਿੱਖਾਂ ਦਾ ਇਹ ਲੋਕ ਵੀ ਸੁਖੀ ਹੁੰਦਾ ਹੈ ਤੇ ਪਰਲੋਕ ਵੀ ਸੁਹੇਲਾ ਹੁੰਦਾ ਹੈ। ਜੀਵਨ ਰੂਪ ਸਿਮਰਨ ਪ੍ਰਭ ਤੇਰਾ, ਜਿਸ ਕਿਰਪਾ ਕਰੇ ਬਸ ਹੈ ਤਿਸ ਨੇਰਾ। ਅਸੀਸਾਂ ਦਿਓ ਜੀ, ਗੁਰੂ ਸਾਹਿਬ ਜੀ ਐਸੀ ਕਿਰਪਾ ਕਰ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।